हाँ जी राजे, आई होप ਤੁਹਾਡੀ ਮੈਰੀਟੋਰੀਅਸ ਸਕੂਲ ਦੀ ਪ੍ਰੈਪਰੇਸ਼ਨ ਬਹੁਤ ਅੱਛੀ ਚੱਲ ਰਹੀ ਹੋਏਗੀ। ਸੋ ਆਪਾਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਮੈਥਮੈਟਿਕਸ ਦਾ। ਠੀਕ ਹੈ ਰਾਜੇ, ਸਭ ਤੋਂ ਪਹਿਲਾਂ ਕੁਝ ਕੁਐਸਚਨ ਦੇਖੋ ਜਿਹੜੀ ਸਭ ਤੋਂ ਪਹਿਲਾਂ ਜਿਵੇਂ ਕੁਐਸਚਨ ਕੀ ਹੈ, ਕੁਐਸਚਨ ਦੇ ਵਿੱਚ ਕੀ ਲਿਖਿਆ ਹੈ ਕਿ A ਤੇ B ਜਿਹੜੀਆਂ ਹੈਗੀਆਂ ਨੇ ਦੋ ਪ੍ਰਾਈਮ ਨੰਬਰਸ ਨੇ ਔਰ ਉਹਨਾਂ ਨੇ ਸਾਨੂੰ ਕਿਹਾ ਹੈ ਕਿ ਉਹਨਾਂ ਦਾ ਹਾਈਐਸਟ ਕਾਮਨ ਫੈਕਟਰ ਕਿੰਨਾ ਹੋਏਗਾ। ਹਾਈਐਸਟ ਕਾਮਨ ਫੈਕਟਰ ਕੀ ਹੁੰਦਾ? ਮੰਮਾ ਸੱਸਾ ਵਾਵਾ ਯਾਨੀ ਕਿ ਮਹੱਤਵ ਸਮਾਵਰਤਕ। ਹੁਣ ਦੇਖੋ ਰਾਜੇ, ਅਗਰ ਤੁਹਾਨੂੰ ਇਹੀ ਨਹੀਂ ਪਤਾ ਵੀ ਪ੍ਰਾਈਮ ਨੰਬਰਸ ਕੀ ਹੁੰਦੇ ਨੇ, ਅਗਰ ਤੁਹਾਨੂੰ ਇਹੀ ਨਹੀਂ ਪਤਾ ਕਿ ਮੰਮਾ ਸੱਸਾ ਵਾਵਾ ਕੀ ਹੁੰਦਾ ਤਾਂ ਤੁਸੀਂ ਕੁਐਸਚਨ ਸੋਲਵ ਕਰਕੇ ਵੀ ਕੀ ਕਰ ਲਓਗੇ। ਮੰਨ ਲਓ ਇੱਥੇ ਮੈਂ ਤੁਹਾਨੂੰ ਆਪਸ਼ਨ ਲਿਖਾਤਾ ਕਿ ਇਹਦਾ ਆਨਸਰ 1 ਹੈ, ਕੀ ਤੁਸੀਂ ਇੱਥੇ ਰੱਟਾ ਲਗਾਓਗੇ? ਔਰ ਰਾਜੇ ਰੱਟਾ ਲਗਾਇਆ ਹੋਇਆ ਕਦੇ ਵੀ ਯਾਦ ਨਹੀਂ ਰਹਿੰਦਾ। ਠੀਕ ਹੈ ਜੀ, ਅਗਲਾ ਕੁਐਸਚਨ ਦੇਖ ਲਓ। ਇਹਦੇ 'ਚ ਉਹਨਾਂ ਨੇ ਪੁੱਛਿਆ ਕਿ ਇਹਨਾਂ ਸਾਰੀਆਂ ਆਪਸ਼ਨਾਂ ਦੇ ਵਿੱਚੋਂ ਇਰਰੈਸ਼ਨਲ ਨੰਬਰ ਕਿਹੜਾ ਹੈ। ਔਰ ਅੱਗੇ ਜਿਹੜੇ ਸਾਰੇ ਕੁਐਸਚਨਸ ਨੇਗੇ, ਜਿਵੇਂ ਤੁਸੀਂ ਇਹ ਸਾਰੇ ਕੁਐਸਚਨ ਦੇਖ ਸਕਦੇ ਹੋ, ਇਹ ਆਪਣੀ 10th ਕਲਾਸ ਦੀ ਜਿਹੜੀ ਬੁੱਕ ਹੈ ਨਾ, ਉਹਦਾ ਫਸਟ ਜਿਹੜਾ ਚੈਪਟਰ ਹੈ ਵਾਸਤਵਿਕ ਸੰਖਿਆਵਾਂ, ਇਹ ਮੈਂ ਉਹ ਕੁਐਸਚਨਸ ਲਏ ਨੇ ਜਿਹੜੇ ਤੁਹਾਡੇ ਪ੍ਰੀਵੀਅਸ ਈਅਰ ਦੇ ਵਿੱਚ ਆਏ ਹੋਏ ਨੇ। ਠੀਕ ਹੈ, ਜਿਵੇਂ ਆਹ ਸਾਰੀਆਂ ਚੀਜ਼ਾਂ, ਇਹਨਾਂ ਦੇ ਵਿੱਚੋਂ ਇਰਰੈਸ਼ਨਲ ਨੰਬਰ ਕਿਹੜਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਤੁਹਾਨੂੰ ਪਤਾ ਹੀ ਨਹੀਂ ਵੀ ਇਹ ਚੀਜ਼ਾਂ ਹੈਗੀਆਂ ਕੀ ਨੇ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਡੀਲ ਕਰੋਗੇ, ਮਤਲਬ ਤੁਸੀਂ ਨਹੀਂ ਕਰ ਸਕਦੇ। ਸੋ ਇਸੇ ਲਈ ਮੈਂ ਨਾ ਕਨਸੈਪਟ ਕਰਾਉਣ ਲੱਗੀ ਅੱਜ ਤੁਹਾਨੂੰ ਰੀਅਲ ਨੰਬਰਸ ਦਾ। ਆਪਾਂ ਗੱਲਬਾਤ ਕਰਾਂਗੇ ਰੀਅਲ ਨੰਬਰਸ ਕੀ ਹੁੰਦੇ ਨੇ, ਕਿਸ ਤਰੀਕੇ ਦੇ ਹੁੰਦੇ ਨੇ। ਤਾਂ ਉਦੋਂ ਬਾਅਦ ਇਹ ਕੁਐਸਚਨ ਵਿੱਚ ਤੁਹਾਨੂੰ ਮੈਂ ਸੋਲਵ ਨਹੀਂ ਕਰਾਉਂਗੀ, ਤੁਸੀਂ ਖੁਦ ਸੋਲਵ ਕਰੋਗੇ। ਔਰ ਮੈਂ ਗਰੰਟੀ ਦਿੰਦੀ ਹਾਂ ਕਿ ਜਿਹੜੀਆਂ ਇਹ ਆਪਣੇ ਵਾਸਤਵਿਕ ਸੰਖਿਆਵਾਂ ਜਾਨੀ ਰੀਅਲ ਨੰਬਰਸ ਵਾਲਾ ਚੈਪਟਰ ਹੈ, ਅਗਰ ਕੋਈ ਵੀ ਕੁਐਸਚਨ ਉਹਦੇ 'ਚੋਂ ਆਇਆ ਤਾਂ ਤੁਸੀਂ 101% ਉਹਨੂੰ ਕਰ ਪਾਓਗੇ। ਸੋ ਵੀਡੀਓ ਨੂੰ ਪੂਰਾ ਦੇਖਿਓ, ਧਿਆਨ ਨਾਲ ਦੇਖਿਓ ਔਰ ਆਪਣਾ ਜਿਹੜਾ ਫੀਡਬੈਕ ਹੈ ਜ਼ਰੂਰ ਦਿਓ। ਹਾਂਜੀ ਰਾਜੇ, ਆਪਾਂ ਨੰਬਰ ਸਿਸਟਮ ਸ਼ੁਰੂ ਕਰਨ ਜਾ ਰਹੇ ਹਾਂ। ਦੇਖੋ ਨੰਬਰ ਸਿਸਟਮ ਜਿਹੜਾ ਹੈਗਾ ਰਾਜੇ, ਸਾਡੇ ਕੋਲ ਪਹਿਲਾਂ ਮੇਰੀ ਗੱਲ ਸਮਝੋ ਕਿ ਸਾਡੇ ਕੋਲ ਕਿਸ ਤਰੀਕੇ ਦੇ ਨੰਬਰ ਹੁੰਦੇ ਆ। ਇੱਕ ਤਾਂ ਰਾਜੇ ਸਾਡੇ ਕੋਲ ਜਿਹੜੇ ਹੁੰਦੇ ਨੇ ਉਹ ਰੀਅਲ ਨੰਬਰਸ ਹੁੰਦੇ ਨੇ, ਔਰ ਇੱਕ ਸਾਡੇ ਕੋਲ ਜਿਹੜੇ ਹੈਗੇ ਨੇ ਉਹ ਇਮੈਜਨਰੀ ਨੰਬਰਸ ਹੁੰਦੇ ਨੇ। ਠੀਕ ਹੈ ਜੀ, ਰੀਅਲ ਨੰਬਰਸ ਕਿਹੜੇ ਨੇ? ਜਿਵੇਂ ਹੁਣ ਤੁਹਾਡੇ ਸਾਹਮਣੇ ਆ ਮਾਰਕਰ ਹੈ, ਇਹ ਇੱਕ ਸੱਚਾਈ ਹੈ। ਮੈਂ ਤੁਹਾਡੇ ਸਾਹਮਣੇ ਕਹਾਂ ਕਿ ਦੇਖੋ ਤੁਹਾਨੂੰ ਕੋਈ ਇੱਥੇ ਐਂਜਲ ਦਿਖ ਰਹੀ ਹੈ, ਮੈਂ ਕਹੂੰ ਅਜ਼ਿਊਮ ਕਰੋ ਸਾਹਮਣੇ ਇੱਕ ਐਂਜਲ ਖੜੀ ਹੈ, ਤਾਂ ਜਿਹੜੀ ਤੁਸੀਂ ਉਹ ਕੁੜੀ ਅਜ਼ਿਊਮ ਕਰ ਰਹੇ ਹੋ, ਜਿਹੜੀ ਐਂਜਲ ਤੁਸੀਂ ਅਜ਼ਿਊਮ ਕਰ ਰਹੇ ਹੋ ਉਹ ਇਮੈਜਨਰੀ ਹੈ, ਲੇਕਿਨ ਇਹ ਮਾਰਕਰ ਕੀ ਹੈ? ਰੀਅਲ ਹੈ। ਉਸੇ ਤਰੀਕੇ ਨਾਲ ਜਿਹੜੇ ਸਾਡੇ ਕੋਲ ਨੰਬਰਸ ਹੁੰਦੇ ਨੇ ਨਾ ਰਾਜੇ, ਉਹ ਇੱਕ ਰੀਅਲ ਨੰਬਰਸ ਹੁੰਦੇ ਨੇ ਔਰ ਇੱਕ ਇਮੈਜਨਰੀ ਨੰਬਰਸ ਹੁੰਦੇ ਨੇ। ਜਿਹੜੇ ਇਮੈਜਨਰੀ ਨੰਬਰਸ ਨੇ ਇਹ +1 'ਚ ਜਾ ਕੇ ਸ਼ੁਰੂ ਹੁੰਦੇ ਨੇ। ਆਪਾਂ ਬੇਸਿਕਲੀ 10th ਦੇ ਲੈਵਲ ਤੱਕ ਰੀਅਲ ਨੰਬਰਸ ਦੀ ਗੱਲ ਚੱਲਦੀ ਹੈ, ਆਪਾਂ ਰੀਅਲ ਨੰਬਰਸ ਸ਼ੁਰੂ ਕਰਨ ਜਾ ਰਹੇ ਹਾਂ। ਠੀਕ ਹੈ, ਸੋ ਧਿਆਨ ਨਾਲ ਦੇਖਿਓ ਮਾੜਾ ਜਿਹਾ। ਮੈਂ ਤੁਹਾਨੂੰ ਬੇਸਿਕ ਦੱਸਿਆ ਕਿ ਨੰਬਰਸ ਨੂੰ ਦੋ ਤਰੀਕੇ ਨਾਲ ਵੰਡਦੇ ਆ, ਇੱਕ ਰੀਅਲ ਤੇ ਇੱਕ ਇਮੈਜਨਰੀ। ਅਸੀਂ ਬੇਸਿਕਲੀ ਅੱਜ ਡੀਲ ਕਿਹਦੇ ਨਾਲ ਕਰ ਰਹੇ ਹਾਂ? ਅਸੀਂ ਨੇ ਅੱਜ ਡੀਲ ਕਰਨਾ ਰਾਜੇ ਕਿਹਦੇ ਨਾਲ? ਰੀਅਲ ਨੰਬਰਸ ਦੇ ਨਾਲ। ਠੀਕ ਹੈ ਜੀ, ਆ ਜਾਓ ਫਿਰ। ਹੁਣ ਦੇਖੋ ਰਾਜੇ, ਮੈਂ ਤੁਹਾਨੂੰ ਰੀਅਲ ਨੰਬਰ ਦੱਸਦਾ ਕਿਹੜੇ ਹੁੰਦੇ ਨੇ, ਜਿਹੜੀਆਂ ਵਾਸਤਵਿਕ ਸੰਖਿਆਵਾਂ ਹੁੰਦੀਆਂ ਨੇ। ਦੇਖੋ ਹੁਣ ਮੈਨੂੰ ਇਹ ਨਹੀਂ ਪਤਾ ਕਿ ਜਿਹੜੇ ਤੁਸੀਂ ਪੰਜਾਬੀ 'ਚ ਜ਼ਿਆਦਾ ਕੰਫਰਟੇਬਲ ਹੋਗੇ ਜਾਂ ਫਿਰ ਹੈ ਨਾ ਇੰਗਲਿਸ਼ ਦੇ ਵਿੱਚ, ਤੋਂ ਮੈਂ ਮਾੜੇ ਮਾੜੇ ਲਿਖ ਵੀ ਦਿੰਦੀ ਹਾਂ ਇਹ ਕਿਹੜੀਆਂ ਹੁੰਦੀਆਂ ਨੇ, ਵਾਸਤਵਿਕ ਸੰਖਿਆਵਾਂ ਹੁੰਦੀਆਂ ਨੇ। ਠੀਕ ਹੈ, ਲੇਕਿਨ ਅਗਰ ਤੁਹਾਨੂੰ ਕੋਈ ਮੈਥਮੈਟਿਕਸ ਦੇ ਟਰਮ 'ਚ ਪੁੱਛੇ ਕਿ ਰੀਅਲ ਨੰਬਰਸ ਕਿਹੜੇ ਨੇ, ਤਾਂ ਤੁਸੀਂ ਸਾਫ਼-ਸਾਫ਼ ਕਹਿਣਾ ਹੈ ਕਿ ਉਹ ਸਾਰੇ ਨੰਬਰਸ ਜਿਨ੍ਹਾਂ ਨੂੰ ਅਸੀਂ ਨੰਬਰ ਲਾਈਨ ਦੇ ਉੱਪਰ ਯਾਨੀ ਕਿ ਸੰਖਿਆ ਪ੍ਰਣਾਲੀ ਦੇ ਉੱਪਰ ਸ਼ੋਅ ਕਰ ਸਕਦੇ ਹਾਂ, ਉਹ ਸਾਰੇ ਕਿਹੜੇ ਨੰਬਰਸ ਨੇ? ਰੀਅਲ ਨੰਬਰਸ ਨੇ। ਹੁਣ ਦੇਖੋ ਰਾਜੇ, ਜਿਹੜੇ ਰੀਅਲ ਨੰਬਰਸ ਨੇ ਨਾ ਉਹ ਅੱਗੇ ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦੇ ਨੇ। ਦੋ ਪਾਰਟਸ ਦੇ ਵਿੱਚ ਡਿਵਾਈਡ ਹੁੰਦੇ ਨੇ। ਕਿਹੜੇ ਕਿਹੜੇ 'ਚ ਡਿਵਾਈਡ ਹੁੰਦੇ ਨੇ ਰੀਅਲ ਨੰਬਰਸ? ਇੱਕ ਤਾਂ ਹੁੰਦੇ ਨੇ ਡੈਸੀਮਲ ਨੰਬਰਸ। ਡੈਸੀਮਲ ਨੰਬਰਸ ਕਿਹੜੇ ਹੋ ਗਏ ਰਾਜੇ? ਦਸ਼ਮਲਵ ਸੰਖਿਆਵਾਂ। ਠੀਕ ਹੈ, ਮੇਰੀ ਪੰਜਾਬੀ ਦੀ ਹੈਂਡਰਾਈਟਿੰਗ ਥੋੜ੍ਹੀ ਜਿਹੀ ਸਮਝ ਲਿਓ। ਦਸ਼ਮਲਵ ਸੰਖਿਆਵਾਂ। ਤੇ ਦੂਸਰੇ ਕਿਹੜੇ ਹੁੰਦੇ ਨੇ? ਇੰਟੀਜਰਸ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਰਾਜੇ ਕੀ ਬੋਲਦੇ ਹਾਂ? ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਬੋਲ ਦਿਆਂਗੇ ਸੰਪੂਰਨ ਸੰਖਿਆਵਾਂ। ਠੀਕ ਹੈ ਜੀ, ਰੀਅਲ ਨੰਬਰਸ ਦੋ ਤਰੀਕੇ ਦੇ ਹੁੰਦੇ ਨੇ, ਇੱਕ ਡੈਸੀਮਲ ਨੰਬਰਸ, ਇੱਕ ਇੰਟੀਜਰਸ। ਡੈਸੀਮਲ ਨੰਬਰਸ ਕੀ ਹੁੰਦੇ ਨੇ? ਜਿਹਦੇ ਵਿੱਚ ਡੈਸੀਮਲ ਲੱਗਿਆ ਹੁੰਦਾ, ਜਿਵੇਂ ਮੈਂ ਬੋਲਾਂ 0.1, 0.23, 0.563। ਸੋ ਇਹ ਡੈਸੀਮਲ ਲੱਗਿਆ ਹੋਇਆ ਸਾਰੇ ਨੰਬਰਾਂ ਦੇ ਵਿਚਕਾਰ, ਤਾਂ ਇਹ ਕਿਹੜੇ ਨੇ? ਡੈਸੀਮਲ ਨੰਬਰਸ ਨੇ। ਇੰਟੀਜਰਸ ਕਿਹੜੇ ਹੋਣਗੇ? ਜਿਹਦੇ ਵਿੱਚ ਡੈਸੀਮਲ ਨਹੀਂ ਲੱਗਿਆ ਹੋਏਗਾ, ਜਿਵੇਂ 1 ਹੋ ਗਿਆ, ਜਿਵੇਂ 2 ਹੋ ਗਿਆ, ਜਿਵੇਂ 569 ਹੋ ਗਿਆ, ਜਾਂ -1 ਹੋ ਗਿਆ, ਜਾਂ 0 ਹੋ ਗਈ। ਇਹਦੇ 'ਚ ਕਿਤੇ ਵੀ ਡੈਸੀਮਲ ਨਹੀਂ ਲੱਗਿਆ ਤਾਂ ਇਹ ਕਿਹੜਾ ਹੈ? ਇੰਟੀਜਰ ਹੈ। ਕਲੀਅਰ ਹੋ ਗਿਆ ਡੈਸੀਮਲ ਨੰਬਰਸ ਕਿਹੜੇ ਹੁੰਦੇ ਨੇ ਤੇ ਇੰਟੀਜਰਸ ਕਿਹੜੇ ਹੁੰਦੇ ਨੇ। ਠੀਕ ਹੈ, ਹੁਣ ਦੇਖੋ ਰਾਜੇ, ਜਿਹੜੇ ਡੈਸੀਮਲ ਨੰਬਰਸ ਨੇ ਨਾ ਉਹ ਅੱਗੇ 3 ਤਰੀਕੇ ਦੇ ਹੁੰਦੇ ਨੇ। ਦੇਖੋ ਹੁਣ ਬਹੁਤ ਇੰਪੋਰਟੈਂਟ ਕਨਸੈਪਟ ਜਿਹੜਾ ਹੈਗਾ ਸ਼ੁਰੂ ਹੋਣ ਜਾ ਰਿਹਾ ਹੈ, ਤੁਹਾਡੀ ਸਭ ਦੀ ਜਿਹੜੀ ਹੈਗੀ ਹੈ ਪੂਰਾ ਧਿਆਨ ਇੱਥੇ ਹੋਣਾ ਚਾਹੀਦਾ। ਦੇਖੋ ਡੈਸੀਮਲ ਨੰਬਰ ਜਿਹੜੇ ਹੁੰਦੇ ਨੇ ਨਾ ਰਾਜੇ, ਉਹ ਅੱਗੇ 3 ਤਰੀਕੇ ਦੇ ਹੁੰਦੇ ਨੇ। ਕਿਹੜੇ ਕਿਹੜੇ 3 ਤਰੀਕੇ ਦੇ ਹੁੰਦੇ ਨੇ ਆਪਾਂ ਹੁਣ ਹੀ ਦੇਖ ਲੈਂਦੇ ਹਾਂ ਕਿਹੜੇ 3 ਤਰੀਕੇ ਦੇ ਹੁੰਦੇ ਨੇ। ਦੇਖੋ ਸਭ ਤੋਂ ਪਹਿਲਾਂ ਜਿਹੜੇ ਡੈਸੀਮਲ ਨੰਬਰਸ ਹੁੰਦੇ ਨੇ ਉਹ ਹੁੰਦੀਆਂ ਨੇ ਸ਼ਾਂਤ ਦਸ਼ਮਲਵ ਸੰਖਿਆਵਾਂ। ਸ਼ਾਂਤ ਨੰਬਰਸ ਕਿਹੜੇ ਹੁੰਦੇ ਨੇ? ਜਿਨ੍ਹਾਂ ਨੂੰ ਆਪਾਂ ਕੀ ਬੋਲਦੇ ਹਾਂ? ਟਰਮੀਨੇਟਿੰਗ ਨੰਬਰਸ। ਯਾਨੀ ਸ਼ਾਂਤ।
शांत का मतलब की है जी, शांत का मतलब की है रजे, तुसीं देखिया होएगा ना, जिवें फॉर एग्जाम्पल मैं लिख रही हाँ 12/10, ਇਹਨੂੰ ਆਪਾਂ 1.2 ਲਿਖ ਸਕਦੇ ਹਾਂ। ਇਸ ਤੋਂ ਬਾਅਦ ਕੁਝ ਹੋਰ ਨਹੀਂ ਹੈ, ਮਤਲਬ ਸਿਰਫ ਪੁਆਇੰਟ ਇੱਥੇ ਤੱਕ ਹੀ ਹੈ। ਇਸ ਤੋਂ ਬਾਅਦ ਇਹ ਪੂਰੇ ਪੂਰੇ ਵੰਡੇ ਜਾਂਦੇ ਨੇ। ਸਮਝ ਨਹੀਂ ਆ ਰਹੀ? ਦੇਖੋ ਇਸ ਤਰੀਕੇ ਨਾਲ ਸਮਝੋ, ਅਗਰ ਮੈਂ ਇੱਥੋਂ ਇਸ ਤਰੀਕੇ ਨਾਲ ਡਿਵਾਈਡ ਕਰਾਂ ਤਾਂ ਸਕਦਾ ਚਲਿਆ ਗਿਆ 10 1 ਦੇ 10, 12 ਚੋਂ 10 ਗਈ 2 ਨਾ ਜਾਂਦੇ ਤਾਂ ਇੱਥੇ ਪੁਆਇੰਟ ਲਗਾ ਕੇ ਆਪਾਂ 0 ਉਤਾਰ ਲਈ ਔਰ ਫਿਰ 2, 10 दूना 20। ਆ ਦੇਖੋ ਪੂਰਾ ਪੂਰਾ ਡਿਵਾਈਡ ਹੋ ਗਿਆ ਨਾ। ਸੋ ਜਿਹੜੇ ਇਸ ਤਰੀਕੇ ਨਾਲ ਪੂਰੇ ਪੂਰੇ ਡਿਵਾਈਡ ਹੋ ਜਾਂਦੇ ਨੇ ਉਹ ਸਾਡੇ ਟਰਮੀਨੇਟਿੰਗ ਨੰਬਰਸ ਹੁੰਦੇ ਨੇ, ਜਾਣੀ ਕੀ ਹੁੰਦੇ ਨੇ? ਸ਼ਾਂਤ ਦਸ਼ਮਲਵ ਸੰਖਿਆਵਾਂ ਹੁੰਦੀਆਂ ਨੇ। ਠੀਕ ਹੈ, ਕਿਹੜੀਆਂ ਹੁੰਦੀਆਂ ਨੇ? ਸ਼ਾਂਤ ਦਸ਼ਮਲਵ ਸੰਖਿਆਵਾਂ। ਜਿਵੇਂ 1.2 ਲਿਖ ਲਓ, 1.39 ਲਿਖ ਲਓ। ਇਸ ਤਰੀਕੇ ਨਾਲ ਇੱਕ ਐਗਜ਼ਾਮਪਲ ਲੈ ਕੇ ਚੱਲ ਰਹੀ ਹਾਂ ਮੈਂ। ਠੀਕ ਹੈ, ਉਸ ਤੋਂ ਬਾਅਦ ਦੂਸਰੇ ਕਿਹੜੇ ਨੰਬਰਸ ਹੁੰਦੇ ਨੇ? ਦੂਸਰੇ ਕਿਹੜੇ ਹੁੰਦੇ ਨੇ? ਅਸ਼ਾਂਤ ਦਸ਼ਮਲਵ। ਕਿਹੜੇ ਹੁੰਦੇ ਨੇ ਰਾਜੇ? ਅਸ਼ਾਂਤ। ਅਸ਼ਾਂਤ ਨੂੰ ਕੀ ਬੋਲਦੇ ਨੇ? ਨੌਨ ਟਰਮੀਨੇਟਿੰਗ। ਦੇਖੋ ਇਹ ਨੌਨ ਟਰਮੀਨੇਟਿੰਗ ਤਾਂ ਹੁੰਦੇ ਨੇ, ਲੇਕਿਨ ਨੌਨ ਟਰਮੀਨੇਟਿੰਗ ਕੀ? ਜਿਹੜੇ ਪੁਆਇੰਟ ਤੋਂ ਬਾਅਦ ਅੱਗੇ ਦੀ ਅੱਗੇ ਚੱਲੀ ਜਾਂਦੇ ਨੇ ਜਿਵੇਂ ਮੰਨ ਲਓ 0.3333 ਚੱਲੀ ਜਾ ਰਿਹਾ, ਕਿਤੇ ਰੁਕ ਹੀ ਨਹੀਂ ਰਿਹਾ। 0.121212 ਚੱਲੀ ਜਾ ਰਿਹਾ, ਅੱਗੇ ਰੁਕ ਹੀ ਨਹੀਂ ਰਿਹਾ। ਮਤਲਬ ਕੀ ਹੈ? ਅਸ਼ਾਂਤ ਹੈ। ਅਸ਼ਾਂਤ ਹੋਣ ਦੇ ਨਾਲ ਨਾਲ ਇਹ ਕੀ ਹੈ? ਰਿਕਰਿੰਗ ਨੰਬਰਸ ਨੇ। ਨੌਨ ਟਰਮੀਨੇਟਿੰਗ ਰਿਕਰਿੰਗ ਨੰਬਰ। ਰਿਕਰਿੰਗ ਦਾ ਮਤਲਬ ਕੀ ਹੁੰਦਾ? ਜਿਹੜਾ ਦੁਬਾਰਾ ਆਵੇ। ਜਿਵੇਂ ਆਹ ਦੇਖੋ ਇੱਥੇ 3333 ਬਾਰ ਆ ਰਿਹਾ, ਇੱਥੇ ਦੇਖੋ 121212 ਬਾਰ ਆ ਰਿਹਾ। ਜਿਵੇਂ ਬੋਲਾਂ 0.56565656 ਤਾਂ 56 ਬਾਰ ਆ ਰਿਹਾ, ਤਾਂ ਇਹਦਾ ਮਤਲਬ ਕੀ ਹੈ? ਦੇਖੋ ਸ਼ਾਂਤ ਨਹੀਂ ਹੈਗਾ ਇਹ, ਅਸ਼ਾਂਤ ਤਾਂ ਹੈਗਾ, ਲੇਕਿਨ ਉਹਦੇ ਨਾਲ ਕੀ ਹੈ? ਰਿਕਰਿੰਗ ਨੰਬਰ ਹੈ। ਦੈਟ ਮੀਨਸ ਕੋਈ ਨਾ ਕੋਈ ਪੈਟਰਨ ਜਿਹੜਾ ਹੈਗਾ ਬਣ ਰਿਹਾ। ਜਦੋਂ ਇੱਦਾਂ ਕੋਈ ਪੈਟਰਨ ਬਣਦਾ ਹੁੰਦਾ ਤਾਂ ਆਪਾਂ ਇਹਨੂੰ ਇੱਦਾਂ ਲਿਖ ਸਕਦੇ ਹਾਂ, ਜਿਵੇਂ ਇੱਥੇ 0.3 ਦੇ ਉੱਪਰ ਮੈंने ਬਾਰ ਲਗਾਤੀ, ਇੱਥੇ 1 2 ਦਾ ਪੈਟਰਨ ਬਣ ਰਿਹਾ, ਤਾਂ ਮੈਂ ਇਹਨੂੰ ਕਿਵੇਂ ਲਿਖ ਸਕਦੀ ਹਾਂ? 0.12 ਦੇ ਉੱਪਰ ਬਾਰ। ਸੋ ਜਿਹੜੀਆਂ ਅਸ਼ਾਂਤ ਸੰਖਿਆਵਾਂ ਹੋ ਗਈਆਂ, ਜਿਵੇਂ 0.333 ਜਿਹਨੂੰ ਮੈਂ 0.3 ਦਾ ਉੱਪਰ ਬਾਰ ਲਗਾਤਾ, 0.141 141 141 ਅੱਗੇ ਸੋ ਔਨ, ਤਾਂ ਇੱਥੇ ਕੀ ਆ ਗਿਆ? 0.141 ਦੇ ਉੱਪਰ ਆਪਾਂ ਨੇ ਕੀ ਲਗਾਤਾ? ਬਾਰ ਲਗਾਤਾ, ਕਿ ਆਹ 3 ਨੰਬਰ ਰਿਪੀਟ ਹੋ ਰਹੇ ਨੇ। ਆਈ ਹੋਪ ਇੱਥੇ ਤੱਕ ਕਲੀਅਰ ਹੋਏਗਾ। ਹੁਣ ਡੈਸੀਮਲ ਨੰਬਰ ਦੀ ਥਰਡ ਦੇਖੋ, ਇਹ ਵੀ ਕੀ ਹੁੰਦੀ ਹੈ? ਅਸ਼ਾਂਤ ਹੁੰਦੀ ਹੈ। ਅਸ਼ਾਂਤ ਦਾ ਮਤਲਬ ਕੀ ਹੈ? ਨੌਨ ਟਰਮੀਨੇਟਿੰਗ ਹੁੰਦੀ ਹੈ। ਨੌਨ ਟਰਮੀਨੇਟਿੰਗ ਤਾਂ ਹੁੰਦੀ ਹੈ, ਦੇਖੋ ਆ ਵੀ ਅਸ਼ਾਂਤ ਹੈ, ਆ ਵੀ ਅਸ਼ਾਂਤ ਹੈ। ਤੁਸੀਂ ਕਹੋਗੇ ਮੈਮ ਡਿਫਰੈਂਸ ਕੀ ਹੈ? ਆਹ ਨੌਨ ਟਰਮੀਨੇਟਿੰਗ ਜਾਨੀ ਅਸ਼ਾਂਤ ਤਾਂ ਹੈਗੀ ਹੈ, ਲੇਕਿਨ ਕੋਈ ਨਾ ਕੋਈ ਪੈਟਰਨ ਬਣਾ ਰਹੀ ਹੈ। ਲੇਕਿਨ ਜਿਹੜੇ ਆਹ ਨੌਨ ਟਰਮੀਨੇਟਿੰਗ ਨੰਬਰ ਹੁੰਦੇ ਨੇ ਨਾ, ਇਹ ਕਿਹੜੇ ਹੁੰਦੇ ਨੇ? ਨੌਨ ਟਰਮੀਨੇਟਿੰਗ ਨੌਨ ਰਿਕਰਿੰਗ ਨੰਬਰਸ। ਦੈਟ ਮੀਨਸ ਪੁਆਇੰਟ ਤੋਂ ਬਾਅਦ ਨਾ ਤਾਂ ਇਹ ਰੁਕਦੇ ਨੇ ਅਤੇ ਨਾ ਹੀ ਕੋਈ ਪੈਟਰਨ ਬਣਾਉਂਦੇ ਨੇ। ਜਿਵੇਂ ਮੈਂ ਲਿਖਦਾ 0.12362 ਕੁਛ ਵੀ ਲਿਖ ਦਿਓ ਹੈ ਨਾ, ਇਸ ਤਰੀਕੇ ਦਾ। ਕੀ ਕੋਈ ਪੈਟਰਨ ਬਣ ਰਿਹਾ? ਬਿਲਕੁਲ ਪੈਟਰਨ ਨਹੀਂ ਬਣ ਰਿਹਾ। ਮੈਂ ਲਿਖਦਾ 1263129, ਕੋਈ ਪੈਟਰਨ ਬਣ ਰਿਹਾ? ਬਿਲਕੁਲ ਕੋਈ ਪੈਟਰਨ ਨਹੀਂ ਬਣ ਰਿਹਾ। ਸੋ ਇਹ ਕਿਹੜੇ ਨੰਬਰਸ ਹੁੰਦੇ ਨੇ? ਨੌਨ ਟਰਮੀਨੇਟਿੰਗ, ਯਾਨੀ ਅਸ਼ਾਂਤ ਅਤੇ ਨੌਨ ਰਿਕਰਿੰਗ, ਮਤਲਬ ਰਿਪੀਟ ਵੀ ਨਹੀਂ ਕਰਦੇ ਖੁਦ ਨੂੰ। ਆ ਪਹਿਲਾਂ ਇੱਕ ਵਾਰ ਇੱਥੇ ਦੇਖ ਲਓ, ਰੀਅਲ ਨੰਬਰਸ ਦੋ ਤਰੀਕੇ ਦੇ ਹੁੰਦੇ ਨੇ, ਇੱਕ ਡੈਸੀਮਲ ਨੰਬਰ ਹੁੰਦੇ ਨੇ ਅਤੇ ਇੱਕ ਇੰਟੀਜਰਸ ਹੁੰਦੇ ਨੇ। ਡੈਸੀਮਲ ਨੰਬਰ ਕਿਹੜੇ? ਜਿਹਦੇ 'ਚ ਦਸ਼ਮਲਵ ਲੱਗਿਆ ਹੁੰਦਾ, ਉਹ ਵੀ ਅੱਗੇ 3 ਤਰੀਕੇ ਦੇ ਹੁੰਦੇ ਨੇ। ਟਰਮੀਨੇਟਿੰਗ ਨੰਬਰ ਜਾਣੀ ਕਿ ਸ਼ਾਂਤ ਸੰਖਿਆਵਾਂ, ਜਿਹੜੇ ਪੁਆਇੰਟ ਤੋਂ ਬਾਅਦ ਰੁਕ ਜਾਂਦੇ ਨੇ। ਅਸ਼ਾਂਤ ਨੌਨ ਟਰਮੀਨੇਟਿੰਗ ਰਿਕਰਿੰਗ ਨੰਬਰਸ ਕਿਹੜੇ ਨੇ? ਜਿਹੜੇ ਪੁਆਇੰਟ ਤੋਂ ਬਾਅਦ ਰੁਕਦੇ ਤਾਂ ਹੈ ਨਹੀਂ, ਲੇਕਿਨ ਕੋਈ ਨਾ ਕੋਈ ਪੈਟਰਨ ਬਣਾ ਰਹੇ ਹੋਣਗੇ। ਨੌਨ ਟਰਮੀਨੇਟਿੰਗ ਨੌਨ ਰਿਕਰਿੰਗ ਨੰਬਰ ਜਮਾ ਹੀ ਢੀਠ, ਜਮਾ ਹੀ ਅਸ਼ਾਂਤ, ਕਿਹੜੇ? ਪੁਆਇੰਟ ਤੋਂ ਬਾਅਦ ਨਾ ਤਾਂ ਇਹ ਰੁਕਦੇ ਨੇ ਅਤੇ ਨਾ ਹੀ ਇਹਨਾਂ ਦਾ ਕੋਈ ਪੈਟਰਨ ਬਣਦਾ। ਠੀਕ ਹੈ ਜੀ। ਇੰਟੀਜਰਸ ਕਿਹੜੇ ਹੁੰਦੇ ਨੇ? ਤੁਸੀਂ ਸਾਰਿਆਂ ਨੂੰ ਪਤਾ, ਨੰਬਰ ਲਾਈਨ ਹੁੰਦੀ ਹੈ ਨਾ, ਆਪਣੀ ਨੰਬਰ ਲਾਈਨ। ਇਹਦੇ ਸੈਂਟਰ 'ਚ 0, ਇੱਧਰ 1, ਇੱਧਰ 2, ਇੱਧਰ 3, -1 -2 ਐਂਡ ਸੋ ਔਨ। ਤਾਂ ਇਹ ਸਾਰੇ ਕਿਹੜੇ ਹੁੰਦੇ ਨੇ ਰਾਜੇ? ਇੰਟੀਜਰਸ ਹੁੰਦੇ ਨੇ। ਇੰਟੀਜਰਸ ਨੂੰ ਆਪਾਂ ਕੀ ਕਹਿੰਦੇ ਹਾਂ? ਸੰਪੂਰਨ ਸੰਖਿਆਵਾਂ। ਠੀਕ ਹੈ ਜੀ। ਹੁਣ ਰਾਜੇ ਇੱਕ ਬਹੁਤ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ, ਜਿਹਦੇ 'ਚ ਤੁਹਾਡੇ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਬਣਦੇ ਨੇ। ਫਿਲਹਾਲ ਲਈ ਦੇਖੋ, ਤੁਸੀਂ ਇੰਨਾ ਸਮਝ ਲਓ ਕਿ ਜਿਹੜੇ ਟਰਮੀਨੇਟਿੰਗ ਨੰਬਰ ਨੇ, ਤੁਸੀਂ ਇਹਨੂੰ P/Q ਦੀ ਫਾਰਮ ਦੇ ਵਿੱਚ ਲਿਖ ਸਕਦੇ ਹੋ। ਠੀਕ ਹੈ ਜੀ। ਜਿਹੜੇ ਆਹ ਨੌਨ ਟਰਮੀਨੇਟਿੰਗ ਰਿਕਰਿੰਗ ਨੰਬਰਸ ਨੇ, ਇਹਨੂੰ ਵੀ ਤੁਸੀਂ P/Q ਦੀ ਫਾਰਮ 'ਚ ਲਿਖ ਸਕਦੇ ਹੋ। ਠੀਕ ਹੈ। ਜਿਹੜੇ ਆਹ ਇੰਟੀਜਰਸ ਨੇ, ਇਹਨੂੰ ਵੀ ਤੁਸੀਂ P/Q ਦੀ ਫਾਰਮ 'ਚ ਲਿਖ ਸਕਦੇ ਹੋ। ਲੇਕਿਨ ਜਿਹੜੇ ਆਹ ਸਭ ਤੋਂ ਢੀਠ ਨੇ, ਨੌਨ ਟਰਮੀਨੇਟਿੰਗ ਨੌਨ ਰਿਕਰਿੰਗ, ਮਤਲਬ ਪੁਆਇੰਟ ਤੋਂ ਬਾਅਦ ਨਾ ਤਾਂ ਰੁਕਦੇ ਨੇ ਅਤੇ ਨਾ ਹੀ ਕੋਈ ਪੈਟਰਨ ਬਣਾਉਂਦੇ ਨੇ, ਇਹਨੂੰ ਤੁਸੀਂ P/Q ਦੀ ਫਾਰਮ ਦੇ ਵਿੱਚ ਨਹੀਂ ਲਿਖ ਸਕਦੇ। ਹੁਣ ਇਹ ਤੋਂ ਅੱਗੇ ਬਹੁਤ ਵੱਡੀ ਡੈਰੀਵੇਸ਼ਨ ਹੋਣੀ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ, ਬਹੁਤ ਇੰਪੋਰਟੈਂਟ ਹੈ।
ਰੀਅਲ ਨੰਬਰਸ, ਡੈਸੀਮਲ ਤੇ ਇੰਟੀਜਰਸ। ਡੈਸੀਮਲ ਦੇ ਵਿੱਚ ਜਿਹੜੇ ਇੱਕ ਮਤਲਬ ਸ਼ਾਂਤ ਹੋ ਜਾਂਦੇ ਨੇ, ਜਿਹੜੇ ਸ਼ਾਂਤ ਨਹੀਂ ਹੁੰਦੇ ਹੈਗੇ ਲੇਕਿਨ ਕੋਈ ਨਾ ਕੋਈ ਪੈਟਰਨ ਬਣਾ ਦਿੰਦੇ ਨੇ, ਔਰ ਆ ਜਮਾ ਹੀ ਢੀਠ ਜਿਹੜੇ ਨਾ ਤਾਂ ਸ਼ਾਂਤ ਹੁੰਦੇ ਨੇ ਤੇ ਨਾ ਹੀ ਕੋਈ ਪੈਟਰਨ ਬਣਾਉਂਦੇ ਨੇ। ਇਹਨੂੰ P/Q ਦੀ ਫਾਰਮ 'ਚ ਲਿਖ ਸਕਦੇ ਹਾਂ, ਇਹਨਾਂ ਨੂੰ ਵੀ P/Q ਦੀ ਫਾਰਮ 'ਚ ਲਿਖ ਸਕਦੇ ਹਾਂ, ਇੰਟੀਜਰਸ ਨੂੰ ਵੀ P/Q ਦੀ ਫਾਰਮ 'ਚ ਲਿਖ ਸਕਦੇ ਹਾਂ, ਲੇਕਿਨ ਨੋਨ ਟਰਮੀਨੇਟਿੰਗ ਨੋਨ ਰਿਕਰਿੰਗ ਨੰਬਰਸ ਨੂੰ P/Q ਦੀ ਫਾਰਮ 'ਚ ਨਹੀਂ ਲਿਖ ਸਕਦੇ। ਹੁਣ ਇੱਥੋਂ ਹੀ ਮੈਂ ਅਗਲਾ ਟੌਪਿਕ ਦੱਸਦੀ ਹਾਂ ਕਿ ਇਹ ਮੈਂ P/Q ਕਿਉਂ ਲਿਖਿਆ।